ਸਾਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਸਿੱਖ ਧਰਮ ਨਾਲ ਸੰਬੰਧਿਤ 5 ਤਖਤ ਕਰਨ ਜਾ ਰਹੇ ਹਾਂ। ਇਹ ਤਖਤ ਕਿੱਥੇ ਕਿੱਥੇ ਹਨ ਅਤੇ ਕਿਹੜੇ ਕਿਹੜੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਹਨ ਅਤੇ ਇਸ ਦਾ ਅਰਥ ਕੀ ਹੈ। ਸਭ ਤੋਂ ਪਹਿਲਾਂ ਅਸੀਂ ਜਿਹੜਾ ਊੜਾ ਨੰਬਰ ਹੈ ਉਹ ਦੇਖਦੇ ਹਾਂ ਕਿ ਤਖਤ ਕਿਸ ਨੂੰ ਕਹਿੰਦੇ ਹਨ ਅਤੇ ਸਿੱਖ ਪੰਥ ਦੇ ਕਿੰਨੇ ਤਖਤ ਹਨ। ਸਿੱਖ ਪੰਥ ਵਿੱਚ ਤਖਤ ਦਾ ਸਿਧਾਂਤ ਗੁਰਦੁਆਰਾ ਸਾਹਿਬ ਤੋਂ ਕੁਝ ਵੱਖਰਾ ਹੈ। ਜੇਕਰ ਇਸ ਦੇ ਅੱਖਰੀ ਅਰਥ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਣ ਆਦਿ ਇਸ ਦੇ ਅਰਥ ਬਣਦੇ ਹਨ। ਤਖਤ ਦਾ ਅਰਥ ਹੈ ਜਿੱਥੇ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਣ। ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਰਾਜੇ ਮਹਾਰਾਜੇ ਰਾਜ ਕਰਦੇ ਸੀ ਤਾਂ ਉਹ ਇੱਕ ਤਖਤ ਦੇ ਉੱਤੇ ਬੈਠਦੇ ਸੀ, ਪਰ ਉਹਨਾਂ ਦਾ ਇਹ ਤਖਤ ਲਗਭਗ ਇੱਕ ਕਹਿ ਸਕਦੇ ਹਾਂ ਕਿ ਸਥਿਤ ਨਹੀਂ ਸੀ, ਅਸਥਿਰ ਸੀ। ਪਰ ਇਹ ਅਕਾਲ ਪੁਰਖ ਦਾ ਜਿਹੜਾ ਤਖਤ ਹੈ ਇਹ ਸਦਾ ਲਈ ਸਥਿਰ ਹੈ, ਇਹਨੂੰ ਕੋਈ ਡੁਲਾ ਨਹੀਂ ਸਕਦਾ। ਇਹ ਸਮਾਂ ਕਾਲ ਜਿਹੜੀ ਮੌਤ ਹੈ ਇਸ ਨੂੰ ਪੋਹ ਨਹੀਂ ਸਕਦੀ। ਕਹਿਣ ਦਾ ਭਾਵ ਹੈ ਕਿ ਇਹ ਨਿਰਾਲਾ ਵੱਖਰਾ ਹੈ। ਸਿੱਖ ਪੰਥ ਦੇ 5 ਤਖਤ ਹਨ ਜਿਹੜੇ ਕਿ ਅਸੀਂ ਇਹਨਾਂ ਦਾ ਇਕੱਲੇ ਇਕੱਲੇ ਦਾ ਵੇਰਵਾ ਸਾਂਝਾ ਕਰਾਂਗੇ। ਨੰਬਰ 1 ਤੇ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ। ਜਿਹੜਾ ਇਹ ਸਿੱਖ ਪੰਥ ਦਾ ਪਹਿਲਾ ਤਖਤ ਹੈ, ਇਹ ਮੀਰੀ ਪੀਰੀ ਦੇ ਬਾਦਸ਼ਾਹ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਬਣਵਾਇਆ ਸੀ। 1606 ਈਸਵੀ ਦੇ ਵਿੱਚ ਤਿਆਰ ਕਰਵਾਇਆ ਗਿਆ। ਇਹ ਸਿੱਖ ਧਰਮ ਦੀ ਇੱਕ ਆਜ਼ਾਦ ਹਸਤੀ ਨੂੰ ਪੇਸ਼ ਕਰਦਾ ਹੈ। ਅਕਾਲ ਤਖਤ ਇਹ ਕਿੱਥੇ ਹੈ ਜੀ? ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਬਣਾਇਆ ਗਿਆ। ਇਸ ਦੀ ਉਸਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਦੇ ਹੇਠ, ਅਗਵਾਈ ਹੇਠ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕੀਤੀ। ਇੱਥੇ ਹੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਉਹ ਵੀ ਧਾਰਨ ਕੀਤੀਆਂ, ਜਿਹੜੀਆਂ ਕਿ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਆ ਰਹੇ ਹਾਂ। ਮੀਰੀ ਅਤੇ ਪੀਰੀ, ਪੀਰੀ ਦਾ ਅਰਥ ਹੈਗਾ ਭਗਤੀ ਅਤੇ ਮੀਰੀ ਦਾ ਸ਼ਕਤੀ। ਗੁਰੂ ਸਾਹਿਬਾਨ ਸਵੇਰੇ ਅਤੇ ਸ਼ਾਮ ਦੀਵਾਨ ਦੇ ਵਿੱਚ ਇੱਥੇ ਇਸੇ ਤਖਤ ਉੱਤੇ ਆ ਕੇ ਬੈਠਦੇ ਅਤੇ ਵੀਰ ਰਸ ਵਾਰਾਂ ਨੇ ਜਿਹੜੀਆਂ ਉਹ ਇਸੇ ਤਖਤ ਦੇ ਉੱਤੇ ਹੀ ਗਵਾਈਆਂ ਜਾਂਦੀਆਂ ਸੀ। ਜਿਹੜਾ ਸਿੱਖ ਸੰਗਤ ਦੇ ਨਾਂ 'ਤੇ ਹੁਕਮਨਾਮਾ ਪਹਿਲਾ ਜਾਰੀ ਕੀਤਾ ਗਿਆ, ਜਿਸ ਵਿੱਚ ਵਧੀਆ ਚੰਗੇ ਘੋੜੇ ਅਤੇ ਹਥਿਆਰ ਲਿਆਉਣ ਦੇ ਲਈ ਕਿਹਾ ਗਿਆ, ਉਹ ਵੀ ਇਸੇ ਪਹਿਲੇ ਅਕਾਲ ਤਖਤ ਤੋਂ ਜਾਰੀ ਕੀਤਾ ਗਿਆ। ਇੱਥੋਂ ਹੀ ਮੁਗਲਾਂ ਦੇ ਜ਼ੁਲਮ, ਉਹਨਾਂ ਦੇ ਵਿਰੁੱਧ ਆਵਾਜ਼ ਜਿਹੜੀ ਉਠਾਈ ਗਈ, ਨਗਾਰੇ ਖੜਕੇ, ਸਤਿਗੁਰਾਂ ਦੇ ਯੋਧਿਆਂ ਦੀ ਫੌਜ ਤਿਆਰ ਹੋਈ। ਇਸ ਤੋਂ ਬਾਅਦ ਜਦੋਂ ਵੀ ਸਿੱਖ ਪੰਥ ਉੱਪਰ ਕੋਈ ਭੀੜ ਪਈ ਤਾਂ ਇੱਥੇ ਸਰਬੱਤ ਖਾਲਸਾ ਇੱਥੇ ਹੀ ਇਕੱਠਾ ਹੋਇਆ। ਇੱਥੇ ਗੁਰੂ ਸਾਹਿਬਾਨ ਅਤੇ ਸੂਰਬੀਰ ਯੋਧਿਆਂ ਦੇ ਸ਼ਸਤਰ ਸੁਸ਼ੋਭਿਤ ਹਨ, ਜਿਨ੍ਹਾਂ ਦੇ ਦਰਸ਼ਨ ਰੋਜ਼ਾਨਾ ਸ਼ਾਮ ਨੂੰ ਰਹਿਰਾਸ ਦੇ ਪਾਠ ਤੋਂ ਬਾਅਦ ਕਰਵਾਏ ਜਾਂਦੇ ਹਨ। ਹਰ ਬੁੱਧਵਾਰ ਅਤੇ ਐਤਵਾਰ ਨੂੰ ਇੱਥੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਂਦਾ ਹੈ। ਅੱਜ ਵੀ ਕੋਈ ਕੌਮੀ ਮਸਲਾ ਹੋਵੇ ਤਾਂ ਸੰਸਾਰ ਭਰ ਦਾ ਸਿੱਖ ਭਾਈਚਾਰਾ ਅਕਾਲ ਤਖਤ ਦੇ ਉੱਤੇ ਹੀ ਇਕੱਠਾ ਹੁੰਦਾ ਹੈ ਅਤੇ ਇੱਥੋਂ ਹੀ ਆਸਬੰਦ ਹੁੰਦਾ ਹੈ। ਅਸੀਂ ਮੋਟੀ ਜੀ ਗੱਲ ਜੋ ਯਾਦ ਕਰਨੀ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਤਖਤ ਕਿਸ ਨੂੰ ਕਹਿੰਦੇ ਨੇ। ਜਿੱਥੇ ਕਹਿ ਸਕਦੇ ਹਾਂ ਕਿ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਣ, ਉਸ ਨੂੰ ਤਖਤ ਕਿਹਾ ਜਾਂਦਾ ਹੈ। ਜਿਹੜੇ ਤਖਤ ਨੇ ਸਿੱਖ ਧਰਮ ਦੇ ਵਿੱਚ, ਇਹ 5 ਤਖਤ ਹਨ। ਪਹਿਲਾ ਤਖਤ ਅਕਾਲ ਤਖਤ, ਸ਼੍ਰੀ ਅਕਾਲ ਤਖਤ ਸਾਹਿਬ ਕਿੱਥੇ ਹੈ ਜੀ? ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਅਤੇ ਉਹਨਾਂ ਨੇ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਦੀ ਇਸ ਵਿੱਚ ਪੂਰੀ ਮਦਦ ਲਈ। ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਵੀ ਉਹਨਾਂ ਨੇ ਅਕਾਲ ਤਖਤ 'ਤੇ ਹੀ ਧਾਰਨ ਕੀਤੀਆਂ। ਹੁਕਮਨਾਮੇ ਅਕਾਲ ਤਖਤ ਤੋਂ ਜਾਰੀ ਹੋਏ। ਕਦੋਂ ਵੀ ਜਾਂ ਜਦੋਂ ਵੀ ਕਦੇ ਭੀੜ ਬਣੀ ਹੈ ਸਿੱਖ ਕੌਮ 'ਤੇ ਤਾਂ ਇੱਕ ਸਰਬੱਤ ਖਾਲਸਾ ਦੇ
ਰੂਪ ਵਿੱਚ, ਇੱਕ ਸੰਗਤ ਦੇ ਰੂਪ ਵਿੱਚ ਖਾਲਸਾ ਇੱਥੇ ਅਕਾਲ ਤਖਤ 'ਤੇ ਇਕੱਠਾ ਹੋਇਆ। ਉਹਨਾਂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਅਤੇ ਵੈਰੀ ਦਾ ਮੁਕਾਬਲਾ ਕਰਨ ਵਾਸਤੇ ਇੱਥੇ ਹੀ ਜਿਹੜੀ ਰਾਏ ਹੈ, ਮਤਾ ਹੈ, ਉਹ ਪਾਸ ਕੀਤੇ ਜਾਂਦੇ ਸਨ। ਇਸ ਤਰ੍ਹਾਂ ਅਕਾਲ ਤਖਤ ਦਾ ਕਾਫੀ ਮਹੱਤਵਪੂਰਨ ਸਥਾਨ ਹੈ। ਹੁਣ ਵੀ ਜੇ ਕੋਈ ਸਿੱਖਾਂ ਦਾ ਮਸਲਾ ਹੁੰਦਾ ਹੈ ਤਾਂ ਉਹ ਅਕਾਲ ਤਖਤ ਦੇ ਉੱਤੇ ਹੀ ਮਿਲ ਕੇ ਵਿਚਾਰਿਆ ਜਾਂਦਾ ਹੈ। ਨੰਬਰ 2 ਤੇ ਹੈਗਾ ਜੀ ਪਟਨਾ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਜੋ ਕਿ ਬਿਹਾਰ ਦੇ ਵਿੱਚ ਹੈ। ਬਿਹਾਰ ਦੀ ਰਾਜਧਾਨੀ ਹੈ ਜੀ ਪਟਨਾ। ਜਿਸ ਤਰ੍ਹਾਂ ਇੱਕ ਪੰਜਾਬ ਰਾਜ ਹੈ, ਇਸੇ ਤਰ੍ਹਾਂ ਬਿਹਾਰ ਇੱਕ ਵੱਖਰਾ ਰਾਜ ਹੈ ਭਾਰਤ ਵਿੱਚ। ਬਿਹਾਰ ਦੀ ਰਾਜਧਾਨੀ ਹੈ ਪਟਨਾ। ਇਹ ਜਿਹੜਾ ਤਖਤ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਹੜੇ ਕਿ ਸਾਡੇ 10ਵੇਂ ਗੁਰੂ ਸਾਹਿਬਾਨ ਹੋਏ ਹਨ, ਉਹਨਾਂ ਨਾਲ ਸੰਬੰਧਿਤ ਹੈ। ਇੱਥੇ ਉਹਨਾਂ ਦਾ ਜਨਮ ਹੋਇਆ। ਜਨਮ ਕਦੋਂ ਹੋਇਆ ਜੀ? 1666 ਈਸਵੀ ਦੇ ਵਿੱਚ ਪਟਨਾ ਸਾਹਿਬ ਵਿਖੇ ਉਹਨਾਂ ਦਾ ਜਨਮ ਹੋਇਆ। ਇਸ ਦਾ ਹਵਾਲਾ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਆਤਮ ਕਥਾ ਹੈਗੀ, ਬਚਿੱਤਰ ਨਾਟਕ, ਉਹਦੇ ਵਿੱਚ ਵੀ ਲਿਖਿਆ ਹੈ ਕਿ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। 10ਵੇਂ ਗ੍ਰੰਥ ਦੇ ਵਿੱਚ ਇਹ ਦਰਜ ਹੈ। ਅੱਗੇ ਨੰਬਰ 3 ਤੇ ਹੈ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿਹੜਾ ਕਿ ਅਨੰਦਪੁਰ ਸਾਹਿਬ ਦੇ ਵਿੱਚ ਹੈ। ਪਹਿਲਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਜੀ, ਦੂਸਰਾ ਪਟਨਾ ਸਾਹਿਬ ਬਿਹਾਰ ਦੇ ਵਿੱਚ ਹੈ, ਤੀਸਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿਹੜਾ ਕਿ ਅਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਦੇ ਵਿੱਚ ਹੀ ਸਥਿਤ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਈਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ। ਖਾਲਸਾ ਦਾ ਜਨਮ ਹੈ ਜੋ ਉਹ ਕੇਸਗੜ੍ਹ ਸਾਹਿਬ ਵਿਖੇ ਹੋਇਆ। ਨੰਬਰ 4 ਤੇ ਹੈਗੇ ਜੀ ਤਖਤ ਸ੍ਰੀ ਦਮਦਮਾ ਸਾਹਿਬ। ਤਖਤ ਸ੍ਰੀ ਦਮਦਮਾ ਸਾਹਿਬ ਇਹ ਹੈਗਾ ਜੀ ਬਠਿੰਡੇ ਜ਼ਿਲ੍ਹੇ ਦੇ ਵਿੱਚ, ਪੰਜਾਬ ਦੇ ਵਿੱਚ ਹੈ, ਜਿਹੜਾ ਕਿ ਜਿਸ ਨੂੰ ਸਾਬੋ ਕੀ ਤਲਵੰਡੀ ਵੀ ਕਿਹਾ ਜਾਂਦਾ ਹੈ। ਦਮਦਮਾ ਸਾਹਿਬ ਨੂੰ ਸਾਬੋ ਕੀ ਤਲਵੰਡੀ ਵੀ ਕਿਹਾ ਜਾਂਦਾ ਹੈ। ਬਠਿੰਡੇ ਜ਼ਿਲ੍ਹੇ ਵਿੱਚ ਹੈ ਅਤੇ ਪੰਜਾਬ ਦੇ ਵਿੱਚ ਪੈਂਦਾ ਹੈ। ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਗੁਰਬਾਣੀ ਹੈ 9ਵੇਂ ਪਾਤਸ਼ਾਹ ਜੀ ਦੀ, ਉਹ ਦਰਜ ਕਰਵਾਈ। ਕਹਿਣ ਦਾ ਭਾਵ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਬਾਣੀ ਨੂੰ ਦਰਜ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਨੂੰ ਦਰਜ ਕਰਵਾਇਆ। ਇੱਥੋਂ ਹੀ ਸਾਨੂੰ ਪਤਾ ਹੈ ਕਿ ਗੁਰੂ ਸਾਹਿਬਾਨ ਨੇ ਬਹੁਤ ਸਾਰੀਆਂ ਜੰਗਾਂ ਅਤੇ ਯੁੱਧ ਲੜੇ। ਉਹਨਾਂ ਤੋਂ ਬਾਅਦ ਇੱਥੇ ਹੀ ਉਹਨਾਂ ਨੇ ਆਪਣਾ ਕਮਰ ਕਸਾ ਆ ਕੇ ਖੋਲ੍ਹਿਆ। ਅਤੇ ਬੱਚੇ ਦੱਸਣਗੇ ਕਮਰ ਕਸਾ ਕੀ ਹੁੰਦਾ ਹੈ। 9ਵੇਂ ਸਤਿਗੁਰਾਂ ਦੀ ਬਾਣੀ ਵੀ ਇੱਥੇ ਜਿਹੜੀ ਹੈ ਉਹ ਦਰਜ ਹੋਈ। ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ। ਗੁਰੂ ਕੀ ਕਾਸ਼ੀ ਵੀ ਹੁਣ ਕਿਸ ਨੂੰ ਕਿਹਾ ਜਾਂਦਾ ਹੈ? ਦਮਦਮਾ ਸਾਹਿਬ ਨੂੰ। ਅੱਗੇ ਨੰਬਰ ਹੈਗੇ ਆ ਜੀ 5 ਤਖਤ ਸ੍ਰੀ ਹਜ਼ੂਰ ਸਾਹਿਬ। ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ, ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਪੈਂਦਾ ਹੈ। ਮਹਾਰਾਸ਼ਟਰ ਇੱਕ ਰਾਜ ਹੈ ਪੂਰੇ ਹਿੰਦੁਸਤਾਨ ਦਾ। ਇੱਕ ਜਿਵੇਂ ਹਿੰਦੁਸਤਾਨ ਦੇ ਵਿੱਚ ਵੱਖੋ ਵੱਖਰੇ ਰਾਜ ਨੇ, ਇਸੇ ਤਰ੍ਹਾਂ ਮਹਾਰਾਸ਼ਟਰ ਇੱਕ ਰਾਜ ਹੈ। ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਵਿੱਚ ਪੈਂਦਾ ਹੈ ਜੀ। ਇੱਥੇ ਜਿਹੜੀ ਮਹਾਨਤਾ, ਬਹੁਤ ਵਧੀਆ ਵੱਡੀ ਗੱਲ ਜੋ ਉੱਭਰ ਕੇ ਸਾਹਮਣੇ ਆਉਂਦੀ ਹੈ ਇਸ ਤਖਤ ਨਾਲ ਸੰਬੰਧਿਤ, ਉੱਥੇ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਦਿੱਤੀ ਗਈ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ। ਉਹਨਾਂ ਨੇ ਕਿਹਾ ਜਦੋਂ ਉਹਨਾਂ ਨੇ ਗੁਰਤਾ ਗੱਦੀ ਦਿੱਤੀ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸੇ ਤਰ੍ਹਾਂ ਜਿਹੜੇ 5 ਤਖਤ ਨੇ ਸਾਡੇ ਵੱਖੋ ਵੱਖਰੇ ਗੁਰੂ ਸਾਹਿਬਾਨਾਂ ਦੇ ਨਾਲ ਸੰਬੰਧਿਤ ਹਨ। ਸਾਨੂੰ ਇਹਨਾਂ ਦੇ ਨਾਮ ਅਤੇ ਕਿਹੜੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਹਨ, ਉਹ ਕਿੰਨੇ ਤਖਤ ਹਨ। ਅੱਗੇ ਪ੍ਰਸ਼ਨ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਕੁੱਲ ਕਿੰਨੇ ਤਖਤ ਹਨ। ਵਿਦਿਆਰਥੀਆਂ ਨੇ ਇਸ ਬਾਬਤ ਸਰਚ ਕਰਕੇ ਦੱਸਣਾ ਕਿ ਪੰਜਾਬ ਦੇ ਵਿੱਚ ਕੁੱਲ ਕਿੰਨੇ ਤਖਤ ਹਨ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।